ਨਾਵਲ ਫਰਸ਼ ਤੋਂ ਅਰਸ਼ ਤੱਕ ਦਾ 21ਵਾਂ ਕਾਂਡ। ਜੁਲਾਈ 1961 ਦਾ ਕੋਈ ਦਿਨ ਸੀ। ਦੁਪਹਿਰ ਦਾ ਵੇਲਾ ਸੀ। ਤਾਰੀ ਆਰਸੀ ਦੀ ਮੇਜ਼ 'ਤੇ ਬੈਠਾ ਸਹਿ ਸੰਪਾਦਕ ਵਜੋਂ ਕੋਈ ਕੰਮ ਕਰ ਰਿਹਾ ਸੀ। ਅਚਾਨਕ ਪਾਪਾ ਜੀ ਨੇ ਤਾਰੀ ਨੂੰ ਬੁਲਾਇਆ। ਉਹ ਫੌਰਨ ਉਹਨਾਂ ਦੇ ਸਾਹਮਣੇ ਵਾਲੀ ਕੁਰਸੀ 'ਤੇ ਜਾ ਬੈਠਾ। ਕਰਤਾਰ ਸਿੰਘ, ਤੈਨੂੰ ਵਧਾਈ ਹੋਵੇ। ਪਾਪਾ ਜੀ ਮੁਸਕਰਾ ਰਹੇ ਸਨ। ਵਧਾਈ ਕਿਸ ਖੁਸ਼ੀ 'ਚ ਪਾਪਾ ਜੀ? ਤਾਰੀ ਹੈਰਾਨ ਸੀ। ਤੂੰ ਹੁਣ ਪ੍ਰੋਫੈਸਰ ਬਣ ਗਿਆ। ਤੇਰੀ ਮਿਹਨਤ ਸਫਲ ਹੋਈ। ਇਹ ਕਹਿੰਦਿਆਂ ਉਹਨਾਂ ਟੈਲੀਗ੍ਰਾਮ ਵਾਲਾ ਕਾਗਜ਼ ਤਾਰੀ ਵੱਲ ਵਧਾ ਦਿੱਤਾ। ਟੈਲੀਗ੍ਰਾਮ ਗਵਰਨਮੈਂਟ ਕਾਲਜ ਜੀਂਦ ਦੇ ਪ੍ਰਿੰਸੀਪਲ ਵੱਲੋਂ ਸੀ, ਜਿੱਥੇ ਕੁਝ ਦਿਨ ਪਹਿਲਾਂ ਤਾਰੀ ਪੰਜਾਬੀ ਲੈਕਚਰਾਰ ਦੀ ਅਸਥਾਈ ਅਸਾਮੀ ਵਾਸਤੇ ਇੰਟਰਵਿਊ ਦੇ ਕੇ ਆਇਆ ਸੀ। ਟੈਲੀਗ੍ਰਾਮ 'ਚ ਲਿਖਿਆ ਸੀ, ਤੁਹਾਡੀ ਚੋਣ ਹੋ ਗਈ ਹੈ, ਜਲਦੀ ਡਿਊਟੀ 'ਤੇ ਹਾਜ਼ਰ ਹੋਵੋ। ਟੈਲੀਗ੍ਰਾਮ ਪੜ੍ਹ ਕੇ ਤਾਰੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਨੌਕਰੀ ਭਾਵੇਂ ਅਸਥਾਈ ਸੀ, ਪਰ ਉਹਦਾ ਸੁਪਨਾ ਸਾਕਾਰ ਹੋ ਰਿਹਾ ਦਿਸਦਾ ਸੀ। ਅਗਲੇ ਦਿਨ ਪਾਪਾ ਜੀ ਨੇ ਪ੍ਰੈਸ ਦੇ ਮੈਂਬਰਾਂ ਸਮੇਤ ਤਾਰੀ ਨੂੰ ਅਸ਼ੀਰਵਾਦ ਦੇ ਕੇ ਨਵੀਂ ਨੌਕਰੀ ਲਈ ਵਿਦਾ ਕੀਤਾ। ਪਾਪਾ ਜੀ ਨੇ ਇੱਕ ਪਿਤਾ ਵਾਂਗ ਭਾਵੁਕ ਹੁੰਦਿਆਂ ਤਾਰੀ ਨੂੰ ਬਾਹਾਂ 'ਚ ਲੈਂਦਿਆਂ ਕਿਹਾ, ਸਾਨੂੰ ਭੁੱਲ ਹੀ ਨਾ ਜਾਈਂ। ਆਉਂਦਾ ਜਾਂਦਾ ਰਹੀ, ਜੀਂਦ ਕਿਹੜਾ ਦੂਰ ਹੈ। ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਅੱਜ ਵੀ ਜਦੋਂ ਆਪਣੇ ਜੀਵਨ ਦੇ ਪਿੱਛਲ ਝਾਤ ਮਾਰਦਾ ਤਾਂ ਸੋਚਦਾ ਹੈ ਕਿ ਜੇ ਦੇਵਤਾ ਸਰੂਪ ਪਾਪਾ ਜੀ ਮੈਨੂੰ ਨੌਕਰੀ ਦੇ ਨਾਲ ਪ੍ਰਾਈਵੇਟ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਨਾ ਕਰਦੇ, ਹੋ ਸਕਦਾ ਮੈਂ ਪ੍ਰਾਇਮਰੀ ਪਾਸ ਕੰਪੋਜ਼ਿਟਰ ਹੀ ਰਹਿੰਦਾ। ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਨੇ ਗਵਰਨਮੈਂਟ ਕਾਲਜ ਜੀਂਦ ਵਿਖੇ ਹਾਜ਼ਰੀ ਦੇਣ ਤੋਂ ਬਾਅਦ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਰਿਹਾਇਸ਼ ਕਾਲਜ ਦੇ ਹੋਸਟਲ 'ਚ ਹੀ ਮਿਲ ਗਈ। ਉਹਦੀ ਜ਼ਿੰਦਗੀ 'ਚ ਇੱਕਦਮ ਤਬਦੀਲੀ ਆ ਗਈ। ਆਪਣੀ ਨੌਕਰੀ ਦੀ ਸੂਚਨਾ ਉਹਨੇ ਚਿੱਠੀ ਰਾਹੀਂ ਘਰ ਦੇ ਦਿੱਤੀ। ਇਸ ਕਾਲਜ 'ਚ ਅਸਥਾਈ ਤੌਰ 'ਤੇ ਕਿੰਨਾ ਸਮਾਂ ਰਹਿਣਾ ਕੋਈ ਪਤਾ ਨਹੀਂ। ਗਵਰਨਮੈਂਟ ਵੱਲੋਂ ਪੱਕੀਆਂ ਅਸਾਮੀਆਂ ਦੇ ਇਸ਼ਤਿਹਾਰ ਮੌਕੇ ਤਾਰੀ ਕੋਲ ਯੋਗਤਾ ਨਹੀਂ ਸੀ। ਪ੍ਰੋਫੈਸਰ ਕਰਤਾਰ ਸਿੰਘ ਚਾਹੁੰਦਾ ਸੀ ਕਿਤੇ ਪੱਕੀ ਨੌਕਰੀ ਦਾ ਕੰਮ ਬਣ ਜਾਏ, ਉਹ ਬੇਫਿਕਰ ਹੋ ਜਾਏ। ਇੱਥੇ ਰਹਿੰਦਿਆਂ ਕਰਤਾਰ ਸਿੰਘ ਨੇ ਵੈਸ਼ ਕਾਲਜ ਰੋਹਤਕ 'ਚ ਪ੍ਰੋਫੈਸਰ ਦੀ ਅਸਾਮੀ ਲਈ ਨਿਕਲੇ ਇਸ਼ਤਿਹਾਰ ਨੂੰ ਪੜ੍ਹ ਕੇ ਉੱਥੇ ਵੀ ਅਰਜ਼ੀ ਦੇ ਦਿੱਤੀ। ਇਹ ਤਾਰੀ ਦੇ ਚੰਗੇ ਦਿਨਾਂ ਦਾ ਸੰਕੇਤ ਹੀ ਕਿਹਾ ਜਾ ਸਕਦਾ ਹੈ ਕਿ ਇੱਧਰ ਗਵਰਨਮੈਂਟ ਕਾਲਜ 'ਚ ਚੁਣੇ ਹੋਏ ਪ੍ਰੋਫੈਸਰ ਨੇ ਜੁਆਇਨ ਕੀਤਾ ਤੇ ਦੂਜੇ ਪਾਸੇ ਵੈਸ਼ ਕਾਲਜ ਰੋਹਤਕ 'ਚ ਪ੍ਰੋਫੈਸਰ ਕਰਤਾਰ ਸਿੰਘ ਪਹਿਲ ਦੇ ਆਧਾਰ 'ਤੇ ਪੰਜਾਬੀ ਦੇ ਪ੍ਰੋਫੈਸਰ ਦੀ ਅਸਾਮੀ ਲਈ ਚੁਣਿਆ ਗਿਆ। ਇਹ ਨੌਕਰੀ ਇੱਕ ਤਰ੍ਹਾਂ ਪੱਕੀ ਸੀ। ਪ੍ਰੋਫੈਸਰ ਸਾਹਿਬ ਨੇ ਜੀਂਦ ਕਾਲਜ 'ਚ ਨੌਕਰੀ ਲੱਗਣ ਤੋਂ ਬਾਅਦ ਠੀਕ 2.5 ਮਹੀਨੇ ਬਾਅਦ ਰੋਹਤਕ ਵੈਸ਼ ਕਾਲਜ ਪਹੁੰਚ ਕੇ ਪੰਜਾਬੀ ਵਿਭਾਗ ਸੰਭਾਲ ਲਿਆ। ਉਸ ਵੇਲੇ ਪੰਜਾਬ ਯੂਨੀਵਰਸਿਟੀ ਨੇ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮਾਂ ਵਾਸਤੇ ਇੱਕ ਸਕੀਮ ਤਿਆਰ ਕੀਤੀ ਕਿ ਯੂਨੀਵਰਸਿਟੀ ਵੱਲੋਂ ਕੁਝ ਈਵਨਿੰਗ ਕਾਲਜ ਚਲਾਏ ਜਾਣ ਤਾਂ ਕਿ ਜੋ ਵੀ ਮੁਲਾਜ਼ਮ ਆਪਣੀ ਵਿੱਦਿਅਕ ਯੋਗਤਾ ਵਧਾਉਣ ਦਾ ਚਾਹਵਾਨ ਹੋਵੇ ਉਹ ਇਹਦਾ ਫਾਇਦਾ ਲੈ ਸਕੇ। ਇਹਦੇ ਤਹਿਤ ਯੂਨੀਵਰਸਿਟੀ ਨੇ ਪੰਜਾਬ ਦੇ ਸ਼ਿਮਲਾ, ਰੋਹਤਕ ਤੇ ਜਲੰਧਰ ਸਮੇਤ 3 ਵੱਡੇ ਸ਼ਹਿਰਾਂ 'ਚ ਈਵਨਿੰਗ ਕਾਲਜ ਖੋਲ੍ਹੇ। ਚੰਗੀ ਗੱਲ ਇਹ ਹੋਈ ਕਿ ਨਵੇਂ ਪ੍ਰੋਫੈਸਰ ਲੱਗੇ ਕਰਤਾਰ ਸਿੰਘ ਤਿਆਗੀ ਨੂੰ ਰੋਹਤਕ ਦੇ ਈਵਨਿੰਗ ਕਾਲਜ ਵਿੱਚ ਵੀ ਪਾਰਟ ਟਾਈਮ ਅਸਥਾਈ ਤੌਰ 'ਤੇ ਨੌਕਰੀ ਮਿਲ ਗਈ। ਇਸ ਨਾਲ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਦੀ ਕਮਾਈ 'ਚ ਵੀ ਵਾਧਾ ਹੋ ਗਿਆ। ਰੋਹਤਕ ਕਾਲਜ ਦੀ ਡਿਊਟੀ ਤੋਂ ਇਲਾਵਾ ਛੁੱਟੀ ਵਾਲੇ ਦਿਨ ਹੁਣ ਪ੍ਰੋਫੈਸਰ ਸਾਹਿਬ ਕੋਲ ਕਾਫੀ ਖੁੱਲ੍ਹਾ ਸਮਾਂ ਸੀ, ਜਿਹਨੂੰ ਸਕਾਰਤ ਕਰਨ ਲਈ ਉਹਨਾਂ ਦਾ ਸਾਹਿਤਕ ਸ਼ੌਕ ਸਹਾਈ ਹੋਇਆ। ਸਾਹਿਤਕ ਸ਼ੌਕ ਰੱਖਣ ਵਾਲਿਆਂ ਦੀ ਪੁੱਛਗਿੱਛ ਕਰਕੇ ਪ੍ਰੋਫੈਸਰ ਸਾਹਿਬ ਨੂੰ ਉੱਘੇ ਸ਼ਾਇਰ ਦਿਆਲ ਚੰਦ ਮਿਗਲਾਨੀ ਦੀ ਜਾਣਕਾਰੀ ਮਿਲੀ। ਉਹਨਾਂ ਨਾਲ ਮਿਲ ਕੇ ਸਭ ਤੋਂ ਪਹਿਲਾ ਕੰਮ ਸਾਹਿਤ ਸਭਾ ਬਣਾਈ। ਇਸ ਤੋਂ ਬਾਅਦ ਸਾਹਿਤ ਦਾ ਸ਼ੌਕ ਰੱਖਣ ਵਾਲੇ ਸਾਹਿਤ ਪ੍ਰੇਮੀ ਤੇ ਲੇਖਕ ਸਭਾ ਨਾਲ ਜੁੜ ਗਏ। ਰੋਹਤਕ ਰਹਿੰਦਿਆਂ ਪ੍ਰੋਫੈਸਰ ਸਾਹਿਬ ਦੇ ਦਿਆਲ ਚੰਦ ਮਿਗਲਾਨੀ ਦੀ ਰਹਿਨੁਮਾਈ ਹੇਠ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਪ੍ਰਧਾਨਗੀ ਹੇਠ ਮਾਨਸਰੋਵਰ ਪਾਰਕ ਰੋਹਤਕ 'ਚ ਇੱਕ ਯਾਦਗਾਰੀ ਕਵੀ ਦਰਬਾਰ ਆਯੋਜਿਤ ਕੀਤਾ, ਜਿਹਨੇ ਪ੍ਰੋਫੈਸਰ ਸਾਹਿਬ ਦੀ ਵੱਖਰੀ ਪਛਾਣ ਬਣਾਈ। ਕਾਲਜ ਵਿੱਚ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਹੁੰਦੇ ਸਨ। ਉਸ ਵਕਤ ਅੱਜ ਦੇ ਫਿਲਮੀ ਦੁਨੀਆ ਦੇ ਸ਼ੋਅਮੈਨ ਸੁਭਾਸ਼ ਘਈ, ਜੋ ਉਸ ਵੇਲੇ B.Com ਦਾ ਵਿਦਿਆਰਥੀ ਸੀ, ਨੂੰ ਇੱਕ ਨਾਟਕ 'ਚ ਪਹਿਲੀ ਵਾਰ ਪ੍ਰੋਫੈਸਰ ਸਾਹਿਬ ਨੇ ਹੀ ਪੇਸ਼ ਕੀਤਾ ਸੀ। ਠੀਕ 1 ਸਾਲ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਦੀ ਸ਼ਾਦੀ ਸਰਕਾਰੀ ਟੀਚਰ ਲੱਗੀ ਲੜਕੀ ਸਤਵੰਤ ਕੌਰ ਨਾਲ ਹੋ ਗਈ। ਸ਼ਾਦੀ ਤੋਂ ਬਾਅਦ ਜਲਦੀ ਪ੍ਰੋਫੈਸਰ ਸਾਹਿਬ ਨਵੀਂ ਵਿਆਹੀ ਪਤਨੀ ਦੀ ਬਦਲੀ ਕਰਵਾ ਕੇ ਰੋਹਤਕ ਲੈ ਗਏ ਤੇ ਖੁਸ਼ੀਆਂ ਭਰੇ ਜੀਵਨ ਦੀ ਸ਼ੁਰੂਆਤ ਹੋ ਗਈ। ਦਿੱਲੀ ਰਹਿੰਦਿਆਂ ਰੂਸੀ ਇਨਕਲਾਬ ਦੇ ਸਬੰਧ 'ਚ ਅਨੇਕਾਂ ਲੇਖ ਤਾਰੀ ਨੇ ਕੰਪੋਜ਼ ਕੀਤੇ ਸੀ। ਭਾਰਤ ਵਿੱਚ ਤਾਂ ਇਨਕਲਾਬ ਪਤਾ ਨਹੀਂ ਕਦੋਂ ਆਉਣਾ ਸੀ, ਪਰ ਤਾਰੀ ਕੰਪੋਜ਼ਿਟਰ ਦੀ ਜ਼ਿੰਦਗੀ 'ਚ ਇਨਕਲਾਬ ਆ ਗਿਆ ਸੀ। ਭਾਵ ਜੀਵਨ ਬਦਲ ਗਿਆ ਸੀ। ਕਹਿੰਦੇ ਨੇ ਖੁਸ਼ੀਆਂ ਭਰੇ ਦਿਨਾਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਰੋਹਤਕ ਕਾਲਜ 'ਚ ਸੱਭਿਆਚਾਰਕ ਗਤੀਵਿਧੀਆਂ ਕਰਦਿਆਂ ਨੇ ਨਵੀਂ ਵਿਆਹੀ ਪਤਨੀ ਨਾਲ 2 ਸਾਲ ਕਦੋਂ ਬੀਤ ਗਏ ਕੋਈ ਪਤਾ ਨਾ ਲੱਗਾ। ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਇੱਕ ਦਿਨ ਕਾਲਜ ਦੀ ਲਾਇਬ੍ਰੇਰੀ 'ਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਅਚਾਨਕ ਉਹਦੀ ਨਜ਼ਰ ਇੱਕ ਇਸ਼ਤਿਹਾਰ 'ਤੇ ਪਈ। SDB ਕਾਲਜ ਸ਼ਿਮਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ। ਤਾਰੀ ਦਿੱਲੀ ਰਹਿੰਦਿਆਂ ਪਿਆਰਾ ਸਿੰਘ ਦਾਤਾ, ਪਾਪਾ ਪ੍ਰੀਤਮ ਸਿੰਘ, ਗਿਆਨੀ ਜਸਵੰਤ ਸਿੰਘ ਹੋਰਾਂ ਨਾਲ
ਦੀਆਂ ਹਰ ਸਾਲ ਪਹਾੜਾਂ ਤੋਂ ਸੈਰ ਕਰਕੇ ਮੁੜਿਆਂ ਦੀਆਂ ਗੱਲਾਂ ਸੁਣਦਾ ਸੀ। ਉਸ ਵੇਲੇ ਕੰਮ ਕਰਕੇ ਉਸ ਲਈ ਅਜਿਹੀ ਸੈਰ 'ਤੇ ਜਾ ਕੇ ਪੈਸੇ ਖਰਚਣਾ ਵਾਜਿਬ ਨਹੀਂ ਲੱਗਦਾ ਸੀ, ਪਰ ਹੁਣ ਇਸ਼ਤਿਹਾਰ ਪੜ੍ਹ ਕੇ ਕਰਤਾਰ ਸਿੰਘ ਨੂੰ ਇੰਝ ਲੱਗਾ ਜਿਵੇਂ ਉਹਨੂੰ ਪਹਾੜ ਖੁਦ ਬੁਲਾ ਰਹੇ ਹੋਣ। ਪ੍ਰੋਫੈਸਰ ਕਰਤਾਰ ਸਿੰਘ ਨੇ ਪਹਾੜਾਂ ਦੀ ਉਡਾਨ ਭਰਨ ਲਈ ਪਤਨੀ ਨਾਲ ਸਲਾਹ ਕਰਕੇ ਸ਼ਿਮਲੇ ਕਾਲਜ ਵਾਸਤੇ ਅਰਜ਼ੀ ਭੇਜ ਦਿੱਤੀ। ਕੁਝ ਸਮੇਂ ਬਾਅਦ ਸ਼ਿਮਲੇ ਤੋਂ ਵੀ ਇੰਟਰਵਿਊ ਦੀ ਚਿੱਠੀ ਆ ਗਈ। ਇੰਟਰਵਿਊ ਤੋਂ ਠੀਕ 15 ਦਿਨ ਬਾਅਦ SDB ਕਾਲਜ ਦੇ ਪ੍ਰਿੰਸੀਪਲ ਵੱਲੋਂ ਪ੍ਰੋਫੈਸਰ ਤਿਆਗੀ ਨੂੰ ਡਿਊਟੀ 'ਤੇ ਹਾਜ਼ਰ ਹੋਣ ਦੀ ਤਾਰ ਆ ਗਈ। ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਨੇ ਸ਼ਿਮਲੇ ਕਾਲਜ ਪਹੁੰਚ ਕੇ 15 ਦਿਨਾਂ ਦਾ ਵਕਫਾ ਲੈ ਕੇ ਰੋਹਤਕ ਕਾਲਜ ਆ ਕੇ ਆਪਣਾ ਅਸਤੀਫਾ ਪ੍ਰਿੰਸੀਪਲ ਨੂੰ ਦੇ ਦਿੱਤਾ। ਪਤਨੀ ਸਤਵੰਤ ਕੌਰ ਵੀ ਉਮੀਦਵਾਰੀ 'ਤੇ ਸੀ। ਜਣੇਪਾ ਛੁੱਟੀ ਦੀ ਪ੍ਰਵਾਨਗੀ ਲੈ ਕੇ ਸਤਵੰਤ ਕੌਰ ਨੂੰ ਮਾਤਾ ਕਰਮ ਕੌਰ ਦੇ ਕੋਲ ਅੰਮ੍ਰਿਤਸਰ ਛੱਡਿਆ। ਆਪ ਸ਼ਿਮਲੇ ਕਾਲਜ ਹਾਜ਼ਰੀ ਦੇ ਦਿੱਤੀ। 6 ਨਵੰਬਰ 1963 ਨੂੰ ਸਤਵੰਤ ਕੌਰ ਨੇ ਪੁੱਤਰੀ ਨੂੰ ਜਨਮ ਦਿੱਤਾ। ਅੰਮ੍ਰਿਤਸਰ ਤੋਂ ਇਹ ਖੁਸ਼ੀ ਭਰੀ ਖਬਰ ਪ੍ਰੋਫੈਸਰ ਕਰਤਾਰ ਸਿੰਘ ਨੂੰ ਇੱਕ ਚਿੱਠੀ ਰਾਹੀਂ ਮਿਲੀ। ਇਹਨੂੰ ਇਤਫਾਕ ਕਿਹਾ ਜਾਏ ਜਾਂ ਨਵੇਂ ਜੀ ਦੇ ਭਾਗ। ਇੱਥੇ ਵੀ ਇਸ ਕਾਲਜ ਦੀ ਬਿਲਡਿੰਗ ਵਿੱਚ ਹੀ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਦੀਆਂ ਕਲਾਸਾਂ ਚੱਲ ਰਹੀਆਂ ਸਨ। ਇੱਥੇ ਵੀ ਪਾਰਟ ਟਾਈਮ ਪੜ੍ਹਾਉਣ ਵਾਸਤੇ ਤਿਆਗੀ ਜੀ ਨੂੰ ਨੌਕਰੀ ਮਿਲ ਗਈ। ਪ੍ਰੋਫੈਸਰ ਸਾਹਿਬ ਦਾ ਘਰ ਆਈ ਪੁੱਤਰੀ ਨੂੰ ਵੇਖਣ ਲਈ ਦਿਲ ਬਹੁਤ ਬੇਤਾਬ ਤੇ ਬੇਬਲ ਸੀ, ਪਰ ਬਰਫ਼ ਦੇ ਸੀਜ਼ਨ ਤੋਂ ਪਹਿਲਾਂ ਛੁੱਟੀ ਮਿਲਣਾ ਅਸੰਭਵ ਸੀ, ਸੋ ਇੰਤਜ਼ਾਰ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸਟਾਫ ਤੇ ਵਿਦਿਆਰਥੀਆਂ ਨਾਲ ਪ੍ਰੋਫੈਸਰ ਸਾਹਿਬ ਨੇ ਬੇਟੀ ਦੇ ਜਨਮ ਦੀ ਖੁਸ਼ੀ ਸਾਂਝੀ ਕਰਕੇ ਲੜਕੀਆਂ ਦੀ ਆਮਦ ਤੇ ਨੱਕ ਬੁੱਲ੍ਹ ਵੱਟਦੇ ਸਮਾਜ ਨੂੰ ਇੱਕ ਅਲੱਗ ਸੰਦੇਸ਼ ਦਿੱਤਾ, ਜਿਸ ਨਾਲ ਕਾਲਜ ਦਾ ਹਰੇਕ ਨੁਮਾਇੰਦਾ ਪ੍ਰੋਫੈਸਰ ਸਾਹਿਬ ਨੂੰ ਮਾਣ ਸਤਿਕਾਰ ਦੀ ਨਜ਼ਰ ਨਾਲ ਵੇਖਣ ਲੱਗ ਪਿਆ। ਇਸ ਕਾਲਜ 'ਚ ਵੀ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਬਰਾਬਰ ਚੱਲਦੀਆਂ ਰਹੀਆਂ। ਇਸ ਵਾਰ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਮੌਸਮ ਦਾ ਮਿਜਾਜ਼ ਬਦਲ ਗਿਆ। ਨੌਜਵਾਨ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਦੇ ਅਰਮਾਨ ਵੀ ਮਚਲਣ ਲੱਗੇ ਸਨ। ਸੈਲਾਨੀ ਜੋੜੇ ਹੱਥਾਂ 'ਚ ਹੱਥ ਪਾਈ ਘੁੰਮਦੇ ਵੇਖ ਕਰਤਾਰ ਸਿੰਘ ਸੋਚਦਾ, ਕਾਸ਼ ਇਹ ਮੌਸਮ 'ਚ ਸਤਵੰਤ ਕੌਰ ਇੱਥੇ ਹੁੰਦੀ, ਫਿਰ ਸਤਵੰਤ ਵਰਗੀ ਹੀ ਸੁੰਦਰ ਪੁੱਤਰੀ ਦੀ ਕਲਪਨਾ ਕਰਦਾ ਮਾਂ ਬੇਟੀ ਦੇ ਖਿਆਲਾਂ 'ਚ ਗੁਆਚ ਜਾਂਦਾ। ਅੰਗ 22ਵਾਂ। ਸ਼ਿਮਲੇ 'ਚ ਸੀਜ਼ਨਲ ਛੁੱਟੀਆਂ ਪੈ ਗਈਆਂ। ਪ੍ਰੋਫੈਸਰ ਸਾਹਿਬ ਆਪਣੇ ਵਿਦਿਆਰਥੀਆਂ ਨਾਲ ਛੁੱਟੀਆਂ ਤੋਂ ਬਾਅਦ ਮਿਲਣ ਦਾ ਵਾਅਦਾ ਕਰਕੇ ਅੰਮ੍ਰਿਤਸਰ ਜਾਣ ਵਾਲੀ ਬੱਸ 'ਤੇ ਆ ਬੈਠੇ। ਪ੍ਰੋਫੈਸਰ ਸਾਹਿਬ ਨੂੰ ਬੱਸ ਜਿਵੇਂ ਜੂੰ ਦੀ ਚਾਲੇ ਚੱਲ ਰਹੀ ਜਾਪ ਰਹੀ ਸੀ। ਉੱਡ ਕੇ ਆਪਣੀ ਬੱਚੀ ਕੋਲ ਪਹੁੰਚ ਜਾਣਾ ਚਾਹੁੰਦੇ ਸਨ। ਘਰ ਪਹੁੰਚ ਕੇ ਆਪਣੀ ਪਿਆਰੀ ਜਿਹੀ ਰੂੰ ਦੇ ਗੋੜੇ ਵਰਗੀ ਬੱਚੀ ਨੂੰ ਚੁੱਕ ਕੇ ਤੱਕਦਿਆਂ, ਮੱਥਾ ਚੁੰਮਦਿਆਂ ਪ੍ਰੋਫੈਸਰ ਸਾਹਿਬ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਮੇਰੀ ਚੰਨ ਵਰਗੀ ਧੀ। ਸਤਵੰਤ ਕੌਰ ਪਤੀ ਦੀ ਸੋਚ ਤੋਂ ਵਾਰੇ-ਵਾਰੇ ਜਾ ਰਹੀ ਸੀ। ਸੂਤਕੋਂ ਨਿਕਲੀ ਸਤਵੰਤ ਦਾ ਰੂਪ ਹੋਰ ਨਿਖਰ ਆਇਆ ਸੀ। ਇੱਕ ਦਿਨ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਸਤਵੰਤ ਦੇ ਨੇੜੇ ਨੂੰ ਹੁੰਦਾ ਬੋਲਿਆ, ਯਾਰ, ਔਰਤ ਮਾਂ ਬਣ ਕੇ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਸਰਦਾਰ ਜੀ, ਆਪਣੀ ਫਿਲਾਸਫੀ 'ਤੇ ਫਿਲਹਾਲ ਥੋੜ੍ਹਾ ਕੰਟਰੋਲ ਹੀ ਰੱਖੋ। ਅਧਿਆਪਕਾ ਸਤਵੰਤ ਮਰਦ ਵੱਲੋਂ ਔਰਤ ਦੇ ਹੁਸਨ ਦੀ ਤਾਰੀਫ ਦੇ ਮਾਨੇ ਬਾਖੂਬੀ ਸਮਝਦੀ ਸੀ। ਨਾ, ਮੈਂ ਤਾਂ ਜੋ ਸੱਚ ਹੈ ਉਹੀ ਕਿਹਾ। ਪ੍ਰੋਫੈਸਰ ਨੂੰ ਹੋਰ ਕੁਝ ਨਾ ਸੁਝਿਆ। ਜੋ ਕੰਮ ਪਹਿਲਾਂ ਕਰਨ ਵਾਲਾ ਹੈ ਉਸ ਵੱਲ ਧਿਆਨ ਦਿਓ। ਜਣੇਪਾ ਛੁੱਟੀ ਖਤਮ ਹੋਣ ਵਾਲੀ ਹੈ। ਪਹਿਲਾਂ ਤਾਂ ਬਿਨਾਂ ਤਨਖਾਹ ਛੁੱਟੀ ਵਧਾਉਣ ਦੀ ਅਰਜ਼ੀ ਲਿਖੋ ਰੋਹਤਕ ਸਕੂਲ ਵੱਲ। ਨਾਲ ਹੀ ਸ਼ਿਮਲੇ ਵਾਸਤੇ ਬਦਲੀ ਦੀ ਮਹਿਕਮੇ ਨੂੰ ਬੇਨਤੀ ਕਰੋ। ਸਤਵੰਤ ਦਾ ਕਹਿਣ ਤੋਂ ਭਾਵ ਸੀ, ਜਿੰਨੀ ਛੇਤੀ ਹੋ ਸਕੇ ਅਸੀਂ ਮਾਵਾਂ ਧੀਆਂ ਤੁਹਾਡੇ ਨਾਲ ਸ਼ਿਮਲਾ ਜਾਣਾ ਚਾਹੁੰਦੀਆਂ। ਇਹ ਕੁਝ ਸਤਵੰਤ ਨਾ ਵੀ ਕਹਿੰਦੀ। ਕਰਤਾਰ ਸਿੰਘ ਤਿਆਗੀ ਪਹਿਲਾਂ ਹੀ ਸੋਚੀ ਬੈਠਾ ਸੀ, ਕਿਉਂਕਿ ਇਹਨਾਂ ਦੋਵਾਂ ਕੰਮਾਂ 'ਚ ਸਰਕਾਰੀ ਮਹਿਕਮੇ ਨੇ ਕੋਈ ਅੜਿੱਕਾ ਨਹੀਂ ਡਾਉਣਾ ਸੀ। ਦੋਵੇਂ ਜੀ ਨੌਕਰੀ ਕਰਨ ਵਾਲਿਆਂ ਲਈ ਇਹ ਸਹੂਲਤ ਸਰਕਾਰ ਨੇ ਦੇ ਰੱਖੀ ਸੀ। ਬਿਨ ਤਨਖਾਹ ਤੋਂ ਛੁੱਟੀ ਤਾਂ ਪ੍ਰੋਫੈਸਰ ਸਾਹਿਬ ਆਪ ਰੋਹਤਕ DEO ਦਫ਼ਤਰੋਂ ਲੈ ਕੇ ਆਏ ਸੀ ਤੇ ਬਦਲੀ ਵਾਸਤੇ ਸਤਵੰਤ ਵੱਲੋਂ ਪਤੀ ਦੀ ਨੌਕਰੀ ਸ਼ਿਮਲੇ ਹੋਣ ਦਾ ਹਵਾਲਾ ਦੇ ਕੇ ਅਰਜ਼ੀ DPI ਚੰਡੀਗੜ੍ਹ ਨੂੰ ਭੇਜ ਦਿੱਤੀ। ਸਭ ਤੋਂ ਵੱਡਾ ਮਸਲਾ ਸ਼ਿਮਲੇ ਵਿਖੇ ਰਹਾਇਸ਼ ਦਾ ਸੀ। ਇਹ ਸਮੱਸਿਆ ਸ਼ਿਮਲੇ ਵਿੱਚ ਬਹੁਤ ਵੱਡੀ ਹੈ। ਬਾਹਰੋਂ ਆਏ ਸੈਲਾਨੀਆਂ ਵਾਸਤੇ ਤਾਂ ਹੋਟਲਾਂ ਦੇ ਕਮਰੇ ਹੁੰਦੇ ਆ। ਨਵੰਬਰ ਤੋਂ ਮਾਰਚ ਤੱਕ ਬਰਫ਼ ਪੈਣ ਕਾਰਨ ਆਫ ਸੀਜ਼ਨ ਹੁੰਦਾ। ਆਫ ਸੀਜ਼ਨ 'ਚ ਹੋਟਲ ਮਾਲਕ ਕੁਝ ਕਮਾਈ ਵਿਰਲੇ ਟਾਵੇਂ ਕਮਰੇ ਘੱਟ ਕਿਰਾਏ 'ਤੇ ਦੇ ਕੇ ਕਰ ਲੈਂਦੇ ਆ। ਫਿਲਹਾਲ ਆਫ ਸੀਜ਼ਨ ਕਰਕੇ ਕਾਲਜ ਦੇ ਨੇੜੇ ਇੱਕ ਹੋਟਲ 'ਚ ਪ੍ਰੋਫੈਸਰ ਸਾਹਿਬ ਨੇ ਕਮਰਾ ਲਿਆ ਸੀ, ਜੋ ਛੁੱਟੀ ਕੱਟ ਕੇ ਜਾਣ ਬਾਅਦ ਵੀ ਮਿਲ ਗਿਆ, ਪਰ ਹੋਟਲ ਦਾ ਕਮਰਾ ਮਾਰਚ ਤੱਕ ਖਾਲੀ ਕਰਨਾ ਪੈਣਾ ਸੀ। ਸ਼ਿਮਲੇ ਆ ਕੇ ਪ੍ਰੋਫੈਸਰ ਸਾਹਿਬ ਟੱਬਰ ਨਾਲ ਰੱਖਣ ਲਈ ਕੋਈ ਇੱਕ ਪੋਰਸ਼ਨ ਵਾਲਾ ਘਰ ਲੱਭ ਰਹੇ ਸੀ। ਕਾਲਜ ਦਾ ਇੱਕ ਸੀਨੀਅਰ ਪ੍ਰੋਫੈਸਰ ਮਿਸਟਰ ਮਹਾਜਨ ਹੋਸਟਲ ਸੁਪਰਡੈਂਟ ਸੀ, ਜੋ ਕਾਲਜ ਦੇ ਹੋਸਟਲ 'ਚ ਹੀ ਰਹਿੰਦਾ ਸੀ। ਜਦੋਂ ਪ੍ਰੋਫੈਸਰ ਸਾਹਿਬ ਨੇ ਉਸ ਨਾਲ ਪਰਿਵਾਰ ਸਮੇਤ ਰਹਿਣ ਲਈ ਕਿਸੇ ਵੱਖਰੇ ਪੋਰਸ਼ਨ ਦੀ ਗੱਲ ਕੀਤੀ, ਉਹ ਬੋਲਿਆ, ਪ੍ਰੋਫੈਸਰ ਸਾਹਿਬ, ਮੇਰੀ ਨਜ਼ਰ 'ਚ ਇੱਕ ਬਹੁਤ ਵਧੀਆ ਪੋਰਸ਼ਨ ਹੈ, ਉਹ ਕਾਲਜ ਦੇ ਨੇੜੇ ਹੀ ਹੈ, ਤੁਹਾਨੂੰ ਕਾਲਜ ਆਉਣਾ ਵੀ ਸੌਖਾ ਰਹੇਗਾ। ਮਹਾਜਨ ਨੇ ਆਪਣੱਤ ਜ਼ਾਹਰ ਕੀਤੀ। ਛੁੱਟੀ ਤੋਂ ਬਾਅਦ ਉਹ ਕਾਲਜ ਤੋਂ ਥੋੜ੍ਹੀ ਦੂਰ ਇੱਕ ਵੱਡੇ ਮਕਾਨ 'ਚ ਪ੍ਰੋਫੈਸਰ ਸਾਹਿਬ ਨੂੰ ਲੈ ਗਿਆ। ਮਿਸਟਰ ਮਹਾਜਨ ਨੇ ਰਾਹ 'ਚ ਜਾਂਦਿਆਂ ਦੱਸਿਆ ਵੀ ਮਕਾਨ ਮਾਲਕ ਸਰਦਾਰ ਤੁਹਾਡੇ ਜ਼ਿਲ੍ਹੇ ਦਾ ਹੀ ਹੈ।
ਹੋ ਸਕਦਾ ਤੁਹਾਨੂੰ ਕੁਝ ਸਸਤਾ ਵੀ ਦੇ ਦੇ। ਕਾਫੀ ਦੇਰ ਤੋਂ ਖਾਲੀ ਪਿਆ। ਕਾਫੀ ਖੁੱਲ੍ਹੇ ਕਿਸੇ ਫਿਲਮ ਸਟੂਡੀਓ ਵਰਗੇ ਵੱਡੇ ਸਾਰੇ ਵਿਹੜੇ ਵਾਲੇ ਸੁੰਨਮ ਸੁੰਨੇ ਲੱਗ ਰਹੇ ਇਸ ਮਕਾਨ 'ਚ ਜਦੋਂ ਉੱਥੇ ਤੁਰੇ ਫਿਰਦੇ ਮਾਲੀ ਲੱਗਦੇ ਸ਼ਖਸ ਨੂੰ ਮਿਸਟਰ ਮਹਾਜਨ ਨੇ ਮਕਾਨ ਮਾਲਕ ਬਾਰੇ ਪੁੱਛਿਆ ਤਾਂ ਉਹ ਇਸ਼ਾਰੇ ਨਾਲ ਉਹਨਾਂ ਨੂੰ ਆਪਣੇ ਮਗਰ ਆਉਣ ਲਈ ਕਹਿ ਅੰਦਰ ਵੱਲ ਨੂੰ ਹੋ ਤੁਰਿਆ। ਅੱਗੇ ਖੁੱਲ੍ਹੇ ਸਾਰੇ ਕਮਰੇ 'ਚ ਆਰਾਮ ਕੁਰਸੀ 'ਤੇ ਇੱਕ ਸਰਦਾਰ ਜੀ ਢਾਠੀਆਂ ਨਾਲ ਦਾੜੀ ਬੰਨੀ ਬੈਠੇ ਸਵੇਰ ਵਾਲੀ ਅਖਬਾਰ ਦੇਖ ਰਹੇ ਸੀ। ਉਹ ਆਏ ਮਹਿਮਾਨਾਂ ਨੂੰ ਵੇਖ ਕੇ ਸਿੱਧੇ ਹੋ ਕੇ ਬੈਠ ਗਏ। ਨੇੜੇ ਪਈਆਂ ਕੁਰਸੀਆਂ ਵੱਲ ਬੈਠਣ ਦਾ ਇਸ਼ਾਰਾ ਕਰਕੇ ਬੋਲਣ ਵਾਸਤੇ ਢਾਠੀਆਂ ਖੋਲ੍ਹਣ ਲੱਗ ਪਏ। ਦਾੜੀ ਤੋਂ ਸੁੱਕੀ ਫਿਕਸਰ ਨਾਲ ਚੰਬੜੀ ਢਾਠੀ ਖੁੱਲ੍ਹਣ ਕਰਕੇ ਚਿਰੜ ਦੀ ਆਵਾਜ਼ ਇੰਝ ਆਈ ਜਿਵੇਂ ਸਰਦਾਰ ਸਾਹਿਬ ਨੇ ਪੂਰੀ ਸ਼ੀਸ਼ੀ ਵਾਲ ਜੋੜਨ ਲਈ ਇੱਕੋ ਵਾਰੀ ਥੋਪ ਲਈ ਹੋਵੇ। ਆਓ ਪ੍ਰੋਫੈਸਰ ਸਾਹਿਬ ਕਹਿੰਦਿਆਂ ਦੋਵਾਂ ਨਾਲ ਹੱਥ ਮਿਲਾ ਕੇ ਰਾਮ ਲਾਲ ਨੂੰ ਕਿਹਾ, ਪੁੱਤਰ ਪਹਿਲਾਂ ਪਾਣੀ ਲਿਆ, ਫਿਰ ਚਾਹ ਵੀ ਰੱਖ। ਸਰਦਾਰ ਹੋਰੀ ਬੋਲਦਿਆਂ ਇੰਝ ਲੱਗ ਰਹੇ ਸੀ ਜਿਵੇਂ ਐਕਟਰ ਪ੍ਰਿਥਵੀ ਰਾਜ ਕਪੂਰ ਸਰਦਾਰ ਦੀ ਭੂਮਿਕਾ 'ਚ ਕਿਸੇ ਫਿਲਮ ਦਾ ਡਾਇਲਾਗ ਭਾਰੀ ਆਵਾਜ਼ 'ਚ ਬੋਲ ਰਿਹਾ ਹੋਵੇ। ਪਾਣੀ ਪੀਣ ਤੋਂ ਬਾਅਦ ਮਿਸਟਰ ਮਹਾਜਨ ਹੀ ਸਰਦਾਰ ਜੀ ਨੂੰ ਮੁਖਾਤਿਬ ਹੋਏ। ਸਰਦਾਰ ਜੀ, ਇਹ ਸਾਡੇ ਕਾਲਜ 'ਚ ਨਵੇਂ ਪ੍ਰੋਫੈਸਰ ਆਏ ਨੇ ਅੰਮ੍ਰਿਤਸਰੋਂ। ਇਹਨਾਂ ਦੇ ਬੱਚੇ ਵੀ ਆਉਣ ਵਾਲੇ ਨੇ। ਇਹਨਾਂ ਨੂੰ ਅਲੱਗ ਪੋਰਸ਼ਨ ਵਾਲਾ ਮਕਾਨ ਚਾਹੀਦਾ ਸੀ। ਇਹਨਾਂ ਦੇ ਰੁਤਬੇ ਅਨੁਸਾਰ ਮੈਨੂੰ ਤੁਹਾਡੇ ਮਕਾਨ ਤੋਂ ਚੰਗਾ ਹੋਰ ਕੋਈ ਮਕਾਨ ਨਹੀਂ ਦਿਸਿਆ। ਜੇ ਖਾਲੀ ਹੋਵੇ ਤਾਂ ਸਾਨੂੰ ਇਹ ਮਾਣ ਬਖਸ਼ੋ। ਮਿਸਟਰ ਮਹਾਜਨ ਨੇ ਆਪਣੀ ਗੱਲਬਾਤ 'ਚ ਅੰਮ੍ਰਿਤਸਰੀਏ ਭਾਪੇ ਸਰਦਾਰ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਸਰਦਾਰ ਹੋਰੀ ਵੀ ਤੁਹਾਡੇ ਜ਼ਿਲ੍ਹੇ ਦੇ ਹੀ ਹੈ। ਕਿਉਂ ਨਹੀਂ ਜੀ, ਅਸਾਂ ਦੇ ਧੰਨ ਭਾਗ ਨੇ। ਜੇ ਸਰਦਾਰ ਹੋਰੀ ਇੱਥੇ ਰਹਿਣ ਤੇ ਇਸ ਮਕਾਨ ਨੂੰ ਆਪਣਾ ਹੀ ਸਮਝਣ ਜੀ। ਸਰਦਾਰ ਭਰਾ ਨੇ ਕੋਈ ਓਪਰੀ ਗੱਲ ਨਹੀਂ ਕੀਤੀ। ਤੁਸੀਂ ਪਹਿਲੇ ਪੋਰਸ਼ਨ ਵੇਖ ਕੇ ਆਪਣੀ ਤਸੱਲੀ ਕਰ ਲਓ। ਪ੍ਰਿਥਵੀ ਰਾਜ ਕਪੂਰ ਨੇ ਚਾਹ ਬਣਾਉਂਦੇ ਰਾਮ ਲਾਲ ਨੂੰ ਉੱਚੀ ਆਵਾਜ਼ 'ਚ ਆਏ ਮਹਿਮਾਨਾਂ ਨੂੰ ਪਹਿਲਾਂ ਕਿਰਾਏ ਵਾਲਾ ਪੋਰਸ਼ਨ ਵਿਖਾਉਣ ਲਈ ਹੁਕਮ ਚਾੜਿਆ। ਮਿਸਟਰ ਮਹਾਜਨ ਤੇ ਪ੍ਰੋਫੈਸਰ ਤਿਆਗੀ ਰਾਮ ਲਾਲ ਦੇ ਮਗਰ ਤੁਰ ਪਏ। ਪੋਰਸ਼ਨ ਵਾਕਈ ਆਲੀਸ਼ਾਨ ਸੀ। ਵੱਡੀ ਸਾਰੀ ਰਸੋਈ ਨਾਲ ਬੈੱਡਰੂਮ, ਖੁੱਲ੍ਹੇ ਬਾਥਰੂਮ ਵਿੱਚ ਵੱਡਾ ਸਾਰਾ ਬਾਥ ਟੱਬ, ਸ਼ਾਵਰ, ਸਾਰੇ ਮਕਾਨ 'ਚ ਲੱਕੜੀ ਤੇ ਮੀਨਾਕਾਰੀ। ਡਰਾਇੰਗ ਰੂਮ ਦੀ ਦੀਵਾਰ 'ਤੇ 2 ਹੰਸ ਕਲੋਲਾਂ ਕਰਦਿਆਂ ਦੀ ਤਸਵੀਰ ਵੇਖ ਕੇ ਪ੍ਰੋਫੈਸਰ ਨੂੰ ਸਰਦਾਰ ਕਲਾ ਦਾ ਪਾਰਖੂ ਲੱਗਿਆ। ਪੋਰਸ਼ਨ ਦੀ ਤਸੱਲੀ ਕਰਨ ਤੋਂ ਬਾਅਦ ਫਿਰ ਮਿਸਟਰ ਮਹਾਜਨ ਤੇ ਪ੍ਰੋਫੈਸਰ ਤਿਆਗੀ ਕੁਰਸੀਆਂ 'ਤੇ ਡਟ ਗਏ। ਅਸਲ 'ਚ ਮਕਾਨ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਸੀ ਜੋ ਸਰਦਾਰ ਦੇ ਵਡੇਰਿਆਂ ਦਾ ਖਰੀਦਾ ਹੋਇਆ ਜਾਪਦਾ ਸੀ। ਪੋਰਸ਼ਨ ਪਸੰਦ ਆਇਆ ਸਰਦਾਰ ਜੀ? ਪ੍ਰਿਥਵੀ ਰਾਜ ਕਪੂਰ ਫਿਰ ਪ੍ਰੋਫੈਸਰ ਤਿਆਗੀ ਨੂੰ ਮੁਖਾਤਿਬ ਹੋਇਆ। ਇੰਨੇ ਨੂੰ ਰਾਮ ਲਾਲ ਚਾਹ ਦੀ ਟਰੇ ਲੈ ਆਇਆ। ਚਾਹ ਦੀ ਚੁਸਕੀ ਲੈਂਦਿਆਂ ਮਿਸਟਰ ਮਹਾਜਨ ਹੀ ਬੋਲਿਆ, ਸਰਦਾਰ ਸਾਹਿਬ, ਜੇ ਕਿਰਾਏ ਦੀ ਗੱਲ ਕਰ ਲਈ ਜਾਏ, ਮੇਰਾ ਮਤਲਬ ਹੈ ਸ਼ਰ੍ਹਾਂ 'ਚ ਝਿਜਕ ਨਹੀਂ ਹੋਣੀ ਚਾਹੀਦੀ। ਉਹ ਜੀ, ਤੁਹਾਡੇ ਕੋਲੋਂ ਅਸੀਂ ਕੋਈ ਵੱਖਰਾ ਥੋੜ੍ਹਾ ਲੈਣਾ ਹੈ ਜੋ ਦੂਸਰੇ ਦਿੰਦੇ ਸਨ ਤੇ ਛੱਡਣਾ। ਅਸੀਂ ਕਿਹੜਾ ਵਪਾਰ ਕਰਨਾ ਹੈ? ਸਾਡੇ ਤੋਂ ਬਾਅਦ ਤਾਂ ਸਰਦਾਰ ਹੋਰਾਂ ਹੀ ਮਾਲਕ ਹੋਣਾ ਹੈ। ਅਸੀਂ ਕਾਰੋਬਾਰ ਦੇ ਮਾਮਲੇ 'ਚ ਅੱਜ ਸ਼ਿਮਲੇ, ਕੱਲ੍ਹ ਅੰਮ੍ਰਿਤਸਰ, ਪਰਸੋਂ ਦਿੱਲੀ। ਸਰਦਾਰ ਦਾ ਭਾਵ ਸੀ ਪੋਰਸ਼ਨ ਕੀ ਸਾਰਾ ਮਕਾਨ ਹੀ ਤੁਹਾਡਾ ਹੈ। ਇਹ ਸੁਣ ਕੇ ਪ੍ਰੋਫੈਸਰ ਤਿਆਗੀ ਮਨ ਹੀ ਮਨ ਖੁਸ਼ ਹੋਇਆ। ਇਹ ਤੇ ਹੋਰ ਕੋਈ ਤੀਜਾ ਨਹੀਂ ਹੋਏਗਾ। ਉਹਨਾਂ ਇਹੀ ਮਕਾਨ ਕਿਰਾਏ 'ਤੇ ਲੈਣ ਦਾ ਪੱਕਾ ਮਨ ਬਣਾ ਲਿਆ। ਨਹੀਂ ਸਰਦਾਰ ਜੀ, ਗੱਲ ਟੁੱਕ ਲੈਣਾ ਧੰਦੇ ਦਾ ਅਸੂਲ ਹੈ। ਮਹਾਜਨ ਕਹਿਣਾ ਚਾਹੁੰਦਾ ਸੀ, ਸਰਦਾਰਾ, ਜੇ ਤੂੰ ਕਾਰੋਬਾਰੀ ਹੈ, ਮੈਂ ਵੀ ਮਹਾਜਨ ਪੁੱਤਰ ਹਾਂ। ਉਹ ਪ੍ਰੋਫੈਸਰ ਸਾਹਿਬ, ਤੁਸੀਂ 250 ਰੁਪਏ ਦੇ ਛੱਡਿਆ ਜੀ। ਅਸੀਂ ਤੁਹਾਡੇ ਹੁੰਦਿਆਂ ਹੁਣ ਸਰਦਾਰ ਹੋਰਾਂ ਤੋਂ ਵੱਧ ਨਹੀਂ ਲੈ ਸਕਦੇ। ਵੈਸੇ ਅਸੀਂ ਸੋਚਦੇ ਪਏ ਸੀ ਕਿ ਹੁਣ ਅਸਾਂ ਕਿਰਾਏ 'ਚ ਵਾਧਾ ਕਰ ਦੇਣਾ। ਸਰਦਾਰ ਇਸ ਵੇਲੇ ਪੂਰਾ ਕਾਰੋਬਾਰੀ ਬਣਿਆ ਬੈਠਾ ਸੀ। 250 ਸੁਣ ਕੇ ਪ੍ਰੋਫੈਸਰ ਤਿਆਗੀ ਤਾਂ ਚਾਹ ਪੀਂਦਾ ਹੀ ਠੰਡਾ ਹੋ ਗਿਆ। ਪਰ ਮਹਾਜਨ ਬੋਲਿਆ, ਸਰਦਾਰ ਜੀ, ਇਹ ਪੂਰੇ ਸਾਲ ਦਾ ਹੈ ਜਾਂ? ਬਾਕੀ ਸਰਦਾਰ ਦੇ ਸਮਝਣ ਲਈ ਛੱਡ ਦਿੱਤਾ। ਮਹਾਜਨ ਨੂੰ ਪਤਾ ਸੀ ਵੀ ਸ਼ਿਮਲੇ 'ਚ ਜ਼ਿਆਦਾਤਰ ਸਾਲ ਦਾ ਕਿਰਾਇਆ ਲਿਆ ਜਾਂਦਾ। ਉਹ ਨਹੀਂ ਬਾਊ ਜੀ, ਪੂਰੇ 1 ਮਹੀਨੇ ਦਾ ਕੀ ਗੱਲਾਂ ਪੇ ਕਰਦੇ ਜੀ। ਮਹਿੰਗਾਈ ਦੇ ਜ਼ਮਾਨੇ 'ਚ ਸਰਦਾਰ ਨੂੰ 250 ਰੁਪਏ 1 ਸਾਲ ਦਾ ਸੁਣ ਕੇ ਜਿਵੇਂ ਬਿੱਛੂ ਘਟ ਗਿਆ ਹੋਵੇ। ਮਹਾਜਨ ਨੂੰ ਵੰਜ ਕਰਨਾ ਆਉਂਦਾ ਸੀ। ਕਾਲਜ ਦੇ ਹੋਸਟਲ ਦਾ ਸੁਪਰਡੈਂਟ ਵੀ ਸੀ। ਉਹਨੂੰ ਪ੍ਰੋਫੈਸਰ ਤਿਆਗੀ ਦੀ ਤਨਖਾਹ ਦਾ ਵੀ ਪਤਾ ਸੀ। ਉਹ ਮਕਾਨ ਮਾਲਕ ਸਰਦਾਰ ਨੂੰ ਬਹੁਤ ਹੀ ਵਿਅੰਗਾਤਮਕ ਅੰਦਾਜ਼ 'ਚ ਬੋਲਿਆ, ਸਰਦਾਰ ਜੀ, ਤੁਹਾਨੂੰ ਕੁਝ ਨਾ ਕੁਝ ਤੇ ਘੱਟ ਕਰਨਾ ਹੀ ਪੈਣਾ। ਉਹ ਜੀ, ਅਸੀਂ ਪਹਿਲਾਂ ਹੀ ਜਾਇਜ਼ ਮੰਗਿਆ ਜੇ, ਫਿਰ ਵੀ ਤੁਸੀਂ ਜੋ ਘੱਟ ਕਰਨਾ ਚਾਹੋ ਸਿਰ ਮੱਥੇ। ਪ੍ਰਿਥਵੀ ਰਾਜ ਨੇ ਦਰਿਆ ਦਿਲੀ ਵਿਖਾਈ। ਸਰਦਾਰ ਜੀ, ਤੁਹਾਨੂੰ 5 ਰੁਪਏ ਤਾਂ ਘੱਟ ਕਰਨੇ ਹੀ ਪੈਣੇ ਨੇ। ਮਹਾਜਨ ਵੱਲੋਂ 5 ਰੁਪਏ ਘੱਟ ਕਰਨ 'ਤੇ ਤਾਂ ਇੱਕ ਵਾਰੀ ਪ੍ਰੋਫੈਸਰ ਤਿਆਗੀ ਨੂੰ ਮਹਾਜਨ ਅੰਮ੍ਰਿਤਸਰੀਏ ਭਾਪੇ ਨਾਲ ਰਲਿਆ ਲੱਗਿਆ। ਪਰ ਫਿਲਮ ਦਾ ਕਲਾਈਮੈਕਸ ਵੇਖਣ ਲਈ ਚੁੱਪ ਰਿਹਾ। ਸਰਦਾਰ ਵਾਛਾਂ ਖੋਲ੍ਹਦਾ ਖੁਸ਼ ਹੋਇਆ ਬੋਲਿਆ, ਖੁਸ਼ ਕੀਤਾ ਏ ਬਾਊ, ਸਿਰਫ 5 ਰੁਪਏ। ਸਰਦਾਰ ਨੇ ਸਮਝਿਆ ਕੋਈ ਖਾਸ ਘਾਟਾ ਨਹੀਂ। ਪਰ 5 ਰੁਪਏ ਘਟਾਉਣ ਦਾ ਪ੍ਰੋਫੈਸਰ ਮਹਾਜਨ ਵੱਲੋਂ ਕੀਤਾ ਸੂਖਮ ਮਜ਼ਾਕ ਪ੍ਰੋਫੈਸਰ ਤਿਆਗੀ ਝੱਟ ਸਮਝ ਗਿਆ। ਪਰ ਮੋਟੀ ਬੁੱਧ ਸਰਦਾਰ ਨਹੀਂ। ਹਾਂਜੀ ਸਰਦਾਰ ਸਾਹਿਬ, 5 ਰੁਪਏ ਇਸ ਲਈ ਕਿ ਪ੍ਰੋਫੈਸਰ ਸਾਹਿਬ ਦੀ ਤਨਖਾਹ 245 ਰੁਪਏ ਹੈ। 200 ਬੇਸਿਕ, 45 ਡੀਏ। 250 ਰੁਪਏ ਕਰਨ ਲਈ 5 ਰੁਪਏ ਵਿਚਾਰੇ ਕਿੱਥੋਂ ਲਿਆਉਣਗੇ? ਆਓ ਤਿਆਗੀ ਜੀ ਚੱਲੀਏ, ਕਹਿ ਕੇ ਮਿਸਟਰ ਮਹਾਜਨ ਉੱਠ ਪਿਆ। ਪ੍ਰਿਥਵੀ ਰਾਜ ਕੁਛ ਨਹੀਂ ਬੋਲਿਆ। ਮਕਾਨ ਬੇਸ਼ੱਕ ਨਾ ਮਿਲਿਆ, ਪਰ ਮਹਾਜਨ ਦਾ ਸਤਿਕਾਰ ਪ੍ਰੋਫੈਸਰ ਤਿਆਗੀ ਹਮੇਸ਼ਾ ਕਰਦਾ ਰਿਹਾ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਜਾਕੂ ਪਹਾੜੀ ਉੱਤੇ
ਅੰਗਰੇਜ਼ਾਂ ਦੇ ਵੇਲੇ ਦਾ ਟੀਟਲਾ ਨਾਮਕ ਇੱਕ ਹੋਟਲ ਬਣਿਆ ਸੀ। ਉੱਥੇ ਹੁਣ ਸੈਲਾਨੀਆਂ ਦੀ ਆਮਦ ਘੱਟ ਹੀ ਸੀ ਕਿਉਂਕਿ ਹੋਰ ਬਹੁਤ ਵਧੀਆ ਹੋਟਲ ਖੁੱਲ੍ਹ ਚੁੱਕੇ ਸੀ। ਟੀਟਲਾ ਹੋਟਲ ਹੁਣ ਰਿਹਾਇਸ਼ੀ ਕਲੋਨੀ ਬਣ ਚੁੱਕਾ ਸੀ। ਉੱਥੇ ਇੱਕ ਪੋਰਸ਼ਨ 55 ਰੁਪਏ ਮਹੀਨਾ ਕਿਰਾਏ 'ਤੇ ਮਿਲ ਗਿਆ। ਉਹਨਾਂ ਦੀ ਇੱਕ ਸ਼ਰਤ ਸੀ ਕਿ ਸਾਲ ਦਾ ਕਿਰਾਇਆ ਪਹਿਲਾਂ ਦੇਣਾ ਪੈਣਾ ਸੀ ਤਾਂ ਕਿ ਆਫ ਸੀਜ਼ਨ 'ਚ ਜੇ ਕਿਰਾਏਦਾਰ ਮਕਾਨ ਛੱਡ ਕੇ ਕਿਧਰੇ ਜਾਣਾ ਵੀ ਚਾਹੇ ਤਾਂ ਮਕਾਨ ਮਾਲਕ ਨੂੰ ਮਕਾਨ ਖਾਲੀ ਰਹਿਣ ਦਾ ਫਿਕਰ ਨਾ ਰਹੇ। ਰਿਹਾਇਸ਼ ਦਾ ਬੰਦੋਬਸਤ ਕਰਕੇ ਸਾਫ਼ ਸਫਾਈ ਕਰਨ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ ਸਤਵੰਤ ਨੂੰ ਸ਼ਿਮਲੇ ਆਉਣ ਦੀ ਚਿੱਠੀ ਲਿਖਤੀ। ਚਿੱਠੀ 'ਚ ਅੰਮ੍ਰਿਤਸਰ ਤੋਂ ਚੱਲਣ ਵਾਲੀ ਕਾਲਕਾ ਮੇਲ 'ਚ ਬੈਠਣ ਅਤੇ ਕਾਲਕਾ ਉਤਰ ਕੇ ਸਟੇਸ਼ਨ 'ਤੇ ਲੱਗੀਆਂ ਟੈਕਸੀਆਂ 'ਚੋਂ ਕੋਈ ਵੀ ਟੈਕਸੀ ਲੈ ਕੇ ਸਿੱਧੇ ਸ਼ਿਮਲੇ ਪਹੁੰਚਣ ਲਈ ਸਮਝਾ ਦਿੱਤਾ। ਪ੍ਰੋਫੈਸਰ ਸਾਹਿਬ ਦੇ ਲਿਖੇ ਅਨੁਸਾਰ ਸਤਵੰਤ 26 ਜਨਵਰੀ ਨੂੰ ਗੱਡੀ 'ਚ ਬੈਠ 27 ਨੂੰ ਸ਼ਿਮਲੇ ਪਹੁੰਚ ਗਈ ਅਤੇ ਸ਼ਿਮਲੇ ਪਹੁੰਚਣ 'ਚ ਦੋਵਾਂ ਮਾਂ ਧੀ ਨੂੰ ਕੋਈ ਤਕਲੀਫ ਨਹੀਂ ਹੋਈ। ਬੇਸ਼ੱਕ ਸਰਦ ਰੁੱਤ 'ਚ ਤਬਦੀਲੀ ਸ਼ੁਰੂ ਹੋ ਚੁੱਕੀ ਸੀ ਪਰ ਹਿਮਾਲਾ ਦੀ ਬਰਫ਼ ਨਾਲ ਖਹਿ ਕੇ ਆਉਂਦੀ ਹਵਾ ਕਰਕੇ ਪ੍ਰੋਫੈਸਰ ਨੇ ਨੰਨੀ ਜਾਨ ਨੂੰ ਸਰਦੀ ਤੋਂ ਬਚਾਉਣ ਲਈ ਖਾਸ ਹਦਾਇਤ ਕੀਤੀ ਸੀ। ਪ੍ਰੋਫੈਸਰ ਸਾਹਿਬ ਪਹਿਲਾਂ ਹੀ ਉਡੀਕ ਰਹੇ ਸੀ। ਸਤਵੰਤ ਕੋਲ ਗਰਮ ਕੱਪੜਿਆਂ ਤੋਂ ਇਲਾਵਾ ਹੋਰ ਸਮਾਨ ਵੀ ਸੀ। ਪ੍ਰੋਫੈਸਰ ਸਾਹਿਬ ਨੇ ਸਤਵੰਤ ਨੂੰ ਨਾਲ ਘੁੱਟਦਿਆਂ ਬੱਚੀ ਨੂੰ ਆਪ ਚੁੱਕ ਲਿਆ। ਇੱਥੋਂ ਅੱਗੇ ਜਾਕੂ ਪਹਾੜੀ ਤੱਕ ਪੈਦਲ ਹੀ ਜਾਣਾ ਪੈਣਾ ਸੀ। ਸੋ ਸਤਵੰਤ ਬੈਗ ਫੜ ਕੇ ਪਤੀ ਦੇ ਮਗਰ ਮਗਰ ਤੁਰ ਪਈ। ਬਿਸਤਰਾ ਤੇ ਸੂਟਕੇਸ ਕੁਲੀ ਨੂੰ ਚੁਕਾਤਾ। ਅੱਧੇ ਘੰਟੇ ਦੇ ਪੈਦਲ ਸਫ਼ਰ ਤੋਂ ਬਾਅਦ ਹੋਟਲ ਆ ਗਿਆ। ਪਹਾੜੀ ਤਹਿਜ਼ੀਬ ਅਨੁਸਾਰ ਗੁਆਂਢਣ ਪਹਾੜਨ ਬੀਬੀ ਨੇ ਆਈ ਨਵੀਂ ਮਹਿਮਾਨ ਦਾ ਸਵਾਗਤ ਕੀਤਾ। ਚਾਹ ਪਾਣੀ ਪਿਆਉਣ ਤੋਂ ਬਾਅਦ ਦੁਪਹਿਰ ਤੇ ਰਾਤ ਦੀ ਰੋਟੀ ਦਾ ਸੱਦਾ ਵੀ ਦਿੱਤਾ। ਸਤਵੰਤ ਨੂੰ ਗੁਆਂਢਣ ਦੇ ਮੂੰਹ ਭਿੱਜੇ ਵਿਹਾਰ ਨੇ ਮੋਹ ਲਿਆ। ਉਹਨੂੰ ਉੱਤਰ ਦਿਸ਼ਾ 'ਚ ਚਿੱਟੀ ਬਰਫ਼ ਲੱਦੀਆਂ ਪਹਾੜੀਆਂ, ਹਰੇ ਕਚੂਰ ਨਿਕਲ ਰਹੇ ਪੱਥਰ, ਖਿੜੇ ਮੌਸਮੀ ਫੁੱਲ ਵੇਖ ਕੇ ਇੰਝ ਲੱਗਾ ਜਿਵੇਂ ਕੁਦਰਤ ਰਾਣੀ ਦੀ ਗੋਦ 'ਚ ਪਹੁੰਚ ਗਈਆਂ ਹੋਣ। ਪ੍ਰੋਫੈਸਰ ਸਾਹਿਬ ਦੇ ਕਾਲਜ ਜਾਣ ਤੋਂ ਮਗਰੋਂ ਸਤਵੰਤ ਨੂੰ ਬਿਲਕੁਲ ਹੀ ਓਪਰਾ ਨਹੀਂ ਲੱਗਾ। ਗੁਆਂਢਣ ਬੀਬੀ ਨੂੰ ਤਾਂ ਜਿਵੇਂ ਛੋਟੀ ਬੱਚੀ ਖਿਡੌਣੇ ਦੇ ਰੂਪ 'ਚ ਮਿਲ ਗਈ ਹੋਵੇ। ਉਹ ਨਿੱਕੀਆਂ ਨਿੱਕੀਆਂ ਪਹਾੜੀ ਲੋਰੀਆਂ ਗਾਉਂਦੀ ਬੱਚੀ ਨਾਲ ਪਰਚੀ ਰਹਿੰਦੀ। ਪਹਾੜੀ ਲੋਕ ਵੈਸੇ ਵੀ ਦੇਵ ਧਰਤੀ ਦੇ ਬਸ਼ਿੰਦੇ ਹੋਣ ਕਰਕੇ ਦੇਵਤਿਆਂ ਵਰਗੇ ਹੁੰਦੇ ਆ। ਪਹਾੜਾਂ ਦੀ ਕੁੱਖ 'ਚੋਂ ਨਿਕਲਦੇ ਚਸ਼ਮਿਆਂ ਦੇ ਨਿਰਮਲ ਜਲ ਵਰਗੇ ਸਾਫ਼ ਸੁਥਰੇ, ਦਿਲ ਦੇ ਸਾਫ਼। ਧੰਨਵਾਦ। ਚੱਲਦਾ।